ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਕਾਵਿ ਦੇ ਕਵੀ ਹਾਸ਼ਮ ਸ਼ਾਹ ਜੀ ਦੇ ਬਾਰੇ ਗੱਲਬਾਤ ਕਰਾਂਗੇ। ਹਾਸ਼ਮ ਸ਼ਾਹ ਸਿੱਖ ਰਾਜ ਕਾਲ ਦੇ ਇੱਕ ਸਿਰ ਕੱਢ ਕਵੀ ਸਨ। ਆਪ ਜੀ ਨੂੰ ਪੰਜਾਬੀ ਦੇ ਸਰਵੋਤਮ ਕਵੀਆਂ ਵਿੱਚੋਂ ਮੰਨਿਆ ਜਾਂਦਾ ਹੈ। ਮੀਆਂ ਮੁਹੰਮਦ ਬਖਸ਼ ਨੇ ਆਪ ਜੀ ਨੂੰ ਦੇਸ਼ ਦੇ ਸਿਰ ਕੱਢ ਰਾਜੇ ਦਾ ਖਿਤਾਬ ਦਿੱਤਾ ਹੈ। ਮੌਲਵੀ ਅਹਿਮਦ ਯਾਰ ਨੇ ਹਾਸ਼ਮ ਸ਼ਾਹ ਜੀ ਦੀ ਕਾਵਿ ਸ਼ੈਲੀ ਦੀ ਤਾਰੀਫ ਕਰਦਿਆਂ ਲਿਖਿਆ ਹੈ, ਹਾਸ਼ਮ ਸੱਸੀ ਸੋਹਣੀ ਲਿਖੀ ਸਦ ਰਹਿਮਤ ਉਸਤਾਦੋਂ, ਪਰ ਦਿਲ ਵਿੱਚ ਬੜਾ ਤੁਅੱਜਬ ਆਵੇ ਸ਼ੀਰੀ ਤੇ ਫਰਹਾਦੋਂ। ਹਾਸ਼ਮ ਸ਼ਾਹ ਜੀ ਦਾ ਜਨਮ ਪਿੰਡ ਜਗਦੇਊ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ 1735 ਈਸਵੀ ਨੂੰ ਪਿਤਾ ਹਾਜੀ ਮੁਹੰਮਦ ਸ਼ਰੀਫ ਦੇ ਘਰ ਹੋਇਆ। ਆਪ ਜੀ ਦਾ ਪੂਰਾ ਨਾਂ ਸੈਯਦ ਮੁਹੰਮਦ ਹਾਸ਼ਮ ਸੀ। ਆਪ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰੀ ਕਵੀ ਵੀ ਕਿਹਾ ਜਾਂਦਾ ਹੈ। ਹਾਸ਼ਮ ਸ਼ਾਹ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਮਿਲਦੀਆਂ ਹਨ, ਜਿਵੇਂ ਸੱਸੀ ਪੁੰਨੂ, ਸ਼ੀਰੀ ਫਰਹਾਦ, ਲੈਲਾ ਮਜਨੂ, ਸੋਹਣੀ ਮਹੀਵਾਲ, ਦੋਹੜੇ ਅਤੇ ਡਿਊਡਾਂ। ਆਪ ਜੀ ਨੇ ਇਸ਼ਕ ਨੂੰ ਧੁਰੋਂ ਆਈ ਬੰਦਗੀ ਸਮਝ ਕੇ ਗਾਇਆ ਹੈ। ਹਾਸ਼ਮ ਸ਼ਾਹ ਜੀ ਦੀ ਸਾਰੀ ਰਚਨਾ ਪ੍ਰੀਤ ਕਾਵਿ ਹੈ। ਆਪ ਜੀ ਨੇ ਆਦਰਸ਼ਕ ਇਸ਼ਕ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਹਾਸ਼ਮ ਜੀ ਨੇ ਬਿਰਹਾ ਨੂੰ ਬੜੀ ਸੂਖਮਤਾ ਨਾਲ ਬਿਆਨਿਆ ਹੈ। ਹਾਸ਼ਮ ਸ਼ਾਹ ਜੀ ਦੇ ਦੋਹੜੇ ਅਧਿਆਤਮਿਕਤਾ ਅਤੇ ਸੂਫੀ ਰੰਗ ਨਾਲ ਭਰਪੂਰ ਹਨ। ਦੋਹੜਿਆਂ ਦੀ ਭਾਸ਼ਾ ਕੇਂਦਰੀ ਪੰਜਾਬੀ ਹੈ। ਸੰਜਮ ਅਤੇ ਸੰਖੇਪਤਾ ਭਾਸ਼ਾ ਦੇ ਵਿਸ਼ੇਸ਼ ਗੁਣ ਹਨ। ਸ਼ਬਦ ਚੋਣ ਢੁਕਵੀਂ ਅਤੇ ਭਾਵਾਂ ਦੇ ਅਨੁਕੂਲ ਹੈ। ਭਾਸ਼ਾ ਮੁਹਾਵਰੇਦਾਰ ਅਤੇ ਰਸ ਭਰੀ ਹੈ। ਕਵੀ ਨੇ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਫਾਰਸੀ ਦੇ ਤਤਸਮ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ। ਸੰਸਕ੍ਰਿਤ ਦੇ ਆਮ ਪ੍ਰਚਲਿਤ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ। ਭਾਸ਼ਾ ਉੱਪਰ ਲਹਿੰਦੀ ਉਪਭਾਸ਼ਾ ਅਤੇ ਗੁਰਬਾਣੀ ਦਾ ਵੀ ਅਸਰ ਹੈ। ਹਾਸ਼ਮ ਸ਼ਾਹ ਜੀ ਨੇ ਆਪਣੇ ਦੋਹੜਿਆਂ ਵਿੱਚ ਸੱਚਾ ਜੀਵਨ ਜਿਊਣ, ਹੰਕਾਰ ਨਾ ਕਰਨ, ਸੰਸਾਰ ਦੀ ਨਾਸ਼ਮਾਨਤਾ, ਪਰਮਾਤਮਾ ਨਾਲ ਪ੍ਰੇਮ ਅਤੇ ਭਗਤੀ ਭਾਵਨਾ ਵਰਗੇ ਵਿਚਾਰ ਪ੍ਰਗਟ ਕੀਤੇ ਹਨ। ਹੁਣ ਅਸੀਂ ਆਪਣੇ ਪਾਠਕ੍ਰਮ ਵਿੱਚ ਸ਼ਾਮਿਲ ਹਾਸ਼ਮ ਸ਼ਾਹ ਜੀ ਦੇ ਦੋਹੜਿਆਂ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਦੋਹੜੇ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ। ਇਨ੍ਹਾਂ ਦੋਹੜਿਆਂ ਵਿੱਚ ਹਾਸ਼ਮ ਸ਼ਾਹ ਜੀ ਨੇ ਇਸ਼ਕ ਦੀ ਮਹਾਨਤਾ, ਬਿਰਹਾ ਦੇ ਦੁੱਖ, ਪਰਮਾਤਮਾ ਦੀ ਮਹਿਮਾ ਅਤੇ ਅਧਿਆਤਮਿਕ ਵਿਸ਼ਿਆਂ ਬਾਰੇ ਆਪਣੇ ਵਿਚਾਰ ਅੰਕਿਤ ਕੀਤੇ ਹਨ। ਦੋਹੜਾ ਹੈ, ਗੁੱਲ ਤੇ ਖਾਰ ਪੈਦਾਇਸ਼ ਇਕਸੇ, ਇਸ ਬਾਗ ਚਮਨ ਦੇ ਦੋਵੇਂ, ਇੱਕ ਸ਼ਬ ਉਮਰ ਗੁੱਲਾਂ ਦੀ ਉੜਕ, ਅਤੇ ਖਾਰ ਰਹੇ ਨਿਤ ਉਵੇਂ, ਥੋੜ੍ਹਾ ਰਹਿਣ ਕਬੂਲ ਪਿਆਰੇ, ਪਰ ਤੂੰ ਖਾਰ ਨਾ ਹੋਵੇਂ। ਹਾਸ਼ਮ ਸ਼ਾਹ ਮਿਲੋ ਗੱਲ ਹੱਸ ਕੇ, ਭਾਵੇਂ ਇੱਕ ਪਲ ਪਾਸ ਖਲੋਵੇਂ। ਗੁੱਲ ਸ਼ਬਦ ਦਾ ਅਰਥ ਹੈ ਫੁੱਲ। ਖਾਰ ਸ਼ਬਦ ਦਾ ਅਰਥ ਹੈ ਕੰਡੇ। ਚਮਨ ਸ਼ਬਦ ਦਾ ਅਰਥ ਹੈ ਬਾਗ। ਸ਼ਬ ਸ਼ਬਦ ਦਾ ਅਰਥ ਹੈ ਰਾਤ। ਕਬੂਲ ਸ਼ਬਦ ਦਾ ਅਰਥ ਹੈ ਮਨਜ਼ੂਰ।
ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਇਸ ਦੁਨੀਆ ਰੂਪੀ ਬਾਗ ਵਿੱਚ ਕੰਡੇ ਅਤੇ ਫੁੱਲ ਇੱਕੋ ਬੂਟੇ ਨੂੰ ਲੱਗਦੇ ਹਨ, ਪਰੰਤੂ ਫੁੱਲਾਂ ਦੀ ਉਮਰ ਇੱਕ ਰਾਤ ਭਰ ਹੁੰਦੀ ਹੈ, ਜਦ ਕਿ ਕੰਡੇ ਹਰ ਰੋਜ਼ ਇੱਕੋ ਤਰ੍ਹਾਂ ਦੇ ਅਬਦਲ ਹੀ ਦਿਖਾਈ ਦਿੰਦੇ ਹਨ। ਹੇ ਪਿਆਰੇ, ਤੂੰ ਇਸ ਦੁਨੀਆ 'ਤੇ ਥੋੜ੍ਹਾ ਚਿਰ ਰਹਿਣਾ ਮਨਜ਼ੂਰ ਕਰ ਲਵੀਂ, ਪਰ ਕੰਡਾ ਨਾ ਬਣੀ। ਤੂੰ ਹਰ ਇੱਕ ਨੂੰ ਫੁੱਲ ਵਾਂਗ ਹੱਸ ਕੇ ਮਿਲ, ਭਾਵੇਂ ਉਸ ਕੋਲ ਇੱਕ ਪਲ ਲਈ ਹੀ ਖੜਾ ਹੋ। ਭਾਵ ਮਨੁੱਖ ਦੀ ਹੱਸ ਕੇ ਗੁਜ਼ਾਰੀ ਥੋੜ੍ਹੀ ਜ਼ਿੰਦਗੀ ਮਹੱਤਵਪੂਰਨ ਹੁੰਦੀ ਹੈ। ਅਗਲਾ ਦੋੜਾ ਹੈ, ਇਹ ਦਿਲ ਖੁਆਰ ਕਰੇ ਨਿਤ ਮੈਨੂੰ, ਇਸ ਹੋਸ਼ ਗਵਾਇਆ ਮੇਰਾ, ਜਿਉਂ ਦਰਿਆ ਹਮੇਸ਼ਾ ਢਾਵੇ ਆਪਣਾ ਆਪ ਚੁਫੇਰਾ। ਆਪਣੀ ਖਬਰ ਨਹੀਂ ਇਸ ਦਿਲ ਨੂੰ, ਜਿਉਂ ਦੀਪਕ ਹੇਠ ਅੰਧੇਰਾ। ਹਾਸ਼ਮ ਯਾਰ ਮਿਲੇ ਤਦ ਆਖਾਂ, ਅਸਾਂ ਖੂਬ ਡਿਠਾ ਮੁਖ ਤੇਰਾ। ਖੁਆਰ ਸ਼ਬਦ ਦਾ ਅਰਥ ਹੈ ਖਰਾਬ ਜਾਂ ਜਲੀਲ ਜਾਂ ਬੇਇੱਜ਼ਤ। ਇਸ ਦੋੜੇ ਵਿੱਚ ਕਵੀ ਨੇ ਬਿਰਹਾ ਕਾਰਨ ਹੋਈ ਆਪਣੇ ਦਿਲ ਦੀ ਦੁੱਖ ਭਰੀ ਹਾਲਤ ਨੂੰ ਬਿਆਨ ਕੀਤਾ ਹੈ। ਹਾਸ਼ਮ ਜੀ ਕਹਿੰਦੇ ਹਨ ਕਿ ਮੇਰਾ ਦਿਲ ਯਾਰ ਦੇ ਵਿਛੋੜੇ ਵਿੱਚ ਤੜਫਦਾ ਮੈਨੂੰ ਹਰ ਰੋਜ਼ ਇੰਨਾ ਖਰਾਬ ਕਰਦਾ ਹੈ ਕਿ ਇਸ ਨੇ ਮੇਰੇ ਹੋਸ਼ ਹਵਾਸ ਗੁਆ ਦਿੱਤੇ ਹਨ। ਮੇਰਾ ਇਹ ਆਪਣਾ ਦਿਲ ਮੈਨੂੰ ਇਸ ਤਰ੍ਹਾਂ ਦੁਖੀ ਕਰ ਰਿਹਾ ਹੈ, ਜਿਸ ਤਰ੍ਹਾਂ ਦਰਿਆ ਹਮੇਸ਼ਾ ਆਪਣੇ ਹੀ ਆਲੇ ਦੁਆਲੇ ਦੇ ਕੰਢੇ ਢਾਉਂਦਾ ਰਹਿੰਦਾ ਹੈ। ਬਿਰਹਾ ਦੇ ਮਾਰੇ ਮੇਰੇ ਇਸ ਦਿਲ ਨੂੰ ਇਹ ਖਬਰ ਨਹੀਂ ਕਿ ਉਸ ਦਾ ਪ੍ਰੀਤਮ ਉਸ ਦੇ ਅੰਦਰ ਹੀ ਵਸਦਾ ਹੈ। ਉਸ ਦੀ ਹਾਲਤ ਤਾਂ ਦੀਵੇ ਥੱਲੇ ਹਨੇਰੇ ਵਾਲੀ ਹੈ। ਕਵੀ ਕਹਿੰਦਾ ਹੈ ਕਿ ਜੇਕਰ ਮੈਨੂੰ ਯਾਰ ਮਿਲੇ ਤਾਂ ਮੈਂ ਉਸ ਨੂੰ ਕਹਾਂ ਕਿ ਅਸੀਂ ਤੇਰਾ ਮੂੰਹ ਵੇਖ ਵੇਖ ਕੇ ਖੂਬ ਰੱਜ ਚੁੱਕੇ ਹਾਂ, ਇਸੇ ਕਰਕੇ ਹੀ ਸਾਡਾ ਦਿਲ ਰਾਤ ਦਿਨ ਤੜਫਦਾ ਅਤੇ ਸਾਨੂੰ ਦੁਖੀ ਕਰਦਾ ਹੈ। ਭਾਵ ਦਿਲ ਯਾਰ ਦੇ ਵਿਛੋੜੇ ਵਿੱਚ ਤੜਫਦਾ ਦੇਹੀ ਨੂੰ ਦੁੱਖ ਦਿੰਦਾ ਹੈ, ਪਰ ਉਸ ਨੂੰ ਖਬਰ ਨਹੀਂ ਹੁੰਦੀ ਕਿ ਯਾਰ ਤਾਂ ਉਸ ਦੇ ਅੰਦਰ ਹੀ ਵਸਦਾ ਹੈ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ, ਰੱਬ ਦਾ ਆਸ਼ਿਕ ਹੋਣ ਸੁਖਾਲਾ, ਇਹ ਬਹੁਤ ਸੁਖਾਲੀ ਬਾਜੀ, ਗੋਸ਼ਾ ਪਕੜ ਰਹੇ ਹੋ ਸਾਬਿਰ, ਫੜ ਤਸਬੀਹ ਬਣੇ ਨਮਾਜੀ, ਸੁਖ ਆਰਾਮ ਜਗਤ ਵਿੱਚ ਸੋਭਾ, ਅਤੇ ਵੇਖ ਹੋਵੇ ਦਿਲ ਰਾਜੀ। ਹਾਸ਼ਮ ਖਾਕ ਰੁਲਾਵੇ ਗਲੀਆਂ, ਇਹ ਕਾਫਿਰ ਇਸ਼ਕ ਮਜਾਜੀ। ਇਨ੍ਹਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਇੱਕ ਰੱਬ ਦਾ ਇਸ਼ਕ ਸੌਖਾ ਹੈ, ਪਰੰਤੂ ਇਸ਼ਕ ਮਜਾਜੀ ਬਹੁਤ ਦੁੱਖ ਦੇਣ ਵਾਲਾ ਹੈ। ਹਾਸ਼ਮ ਜੀ ਕਹਿੰਦੇ ਹਨ ਕਿ ਰੱਬ ਨਾਲ ਪਿਆਰ ਕਰਨਾ ਬੜਾ ਸੌਖਾ ਹੈ। ਇਹ ਪਿਆਰ ਦੀ ਖੇਡ ਬਹੁਤ ਹੀ ਸੁਖਾਲੀ ਹੈ। ਇਸ ਲਈ ਬਸ ਇੰਨਾ ਹੀ ਕਰਨਾ ਪੈਂਦਾ ਹੈ ਕਿ ਸਬਰ ਸੰਤੋਖ ਨਾਲ ਇਕਾਂਤ ਵਿੱਚ ਬੈਠ ਕੇ ਮਾਲਾ ਫੜ ਕੇ ਨਿਮਾਜੀ ਬਣ ਜਾਈਦਾ ਹੈ। ਅਜਿਹਾ ਕਰਨ ਵਾਲੇ ਨੂੰ ਦੁਨੀਆ ਦੇ ਸੁੱਖ ਆਰਾਮ ਵੀ ਮਿਲਦੇ ਹਨ ਅਤੇ ਵਡਿਆਈ ਵੀ ਮਿਲਦੀ ਹੈ। ਦੁਨੀਆ ਦਾ ਦਿਲ ਅਜਿਹੇ ਰੱਬ ਦੇ ਪ੍ਰੇਮੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ, ਪਰੰਤੂ ਇਸ ਦੇ ਮੁਕਾਬਲੇ ਭੈੜੀ ਇਸ਼ਕ ਮਜਾਜੀ ਆਸ਼ਿਕ ਦਾ ਬਹੁਤ ਬੁਰਾ ਹਾਲ ਕਰਦੀ ਹੈ ਅਤੇ ਉਸ ਨੂੰ ਗਲੀਆਂ ਦੀ ਮਿੱਟੀ ਵਿੱਚ ਰੋਲ ਕੇ ਰੱਖ ਦਿੰਦੀ ਹੈ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ, ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਖੂਬ ਕਮਾਵਣ ਪੈਸਾ,
ਨਾ ਕੁਝ ਊਚ ਨਾ ਨੀਚ ਪਛਾਨਣ, ਅਤੇ ਪ੍ਰੇਮ ਨਾ ਜਾਣਨ ਕੈਸਾ। ਸ਼ਾਲਾ ਨਿਜ ਹੋਵੇ ਚਤੁਰਾਈ, ਸਾਨੂੰ ਖੁਆਰ ਕੀਤਾ ਤੁਧ ਐਸਾ। ਹਾਸ਼ਮ ਕਾਟ ਪ੍ਰੇਮ ਕਰਿੰਦਾ, ਜਿਸ ਹੋਸ਼ ਹੋਵੇ ਵਿੱਚ ਜੈਸਾ। ਇਹਨਾਂ ਸਤਰਾਂ ਵਿੱਚ ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਜਿਸ ਬੰਦੇ ਵਿੱਚ ਜਿੰਨੀ ਸੂਝ-ਬੂਝ ਹੁੰਦੀ ਹੈ, ਉਸ ਉੱਤੇ ਪ੍ਰੇਮ ਓਨਾ ਹੀ ਕਾਟਵਾਂ ਅਸਰ ਕਰਦਾ ਹੈ। ਹਾਸ਼ਮ ਜੀ ਕਹਿੰਦੇ ਹਨ ਕਿ ਮੂਰਖ ਲੋਕ ਸਦਾ ਸੁੱਖ ਦੀ ਨੀਂਦ ਸੌਂਦੇ ਹਨ ਅਤੇ ਉਹ ਹਰ ਰੋਜ਼ ਪੈਸੇ ਕਮਾਉਂਦੇ ਹਨ। ਉਹ ਕੋਈ ਊਚ ਨੀਚ ਨਹੀਂ ਪਛਾਣਦੇ ਅਤੇ ਨਾ ਹੀ ਇਹ ਜਾਣਦੇ ਹਨ ਕਿ ਪਿਆਰ ਵੀ ਕੋਈ ਚੀਜ਼ ਹੈ। ਸ਼ਾਲਾ ਇਹ ਚਤੁਰਾਈ ਕਦੇ ਵੀ ਨਾ ਹੁੰਦੀ ਜਿਸ ਨੇ ਸਾਨੂੰ ਇੰਨਾ ਖੁਆਰ ਕੀਤਾ ਹੈ। ਅਸਲ ਵਿੱਚ ਚਤੁਰਾਈ ਜਾਂ ਹੋਸ਼ ਜਿੰਨੀ ਕਿਸੇ ਵਿੱਚ ਹੁੰਦੀ ਹੈ, ਉਸ ਨੂੰ ਪ੍ਰੇਮ ਓਨਾ ਹੀ ਘਟਦਾ ਹੈ। ਭਾਵ ਮੂਰਖ ਲੋਕ ਸਦਾ ਸੁਖੀ ਰਹਿੰਦੇ ਹਨ, ਪਰ ਚਤੁਰਾਈ ਮਨੁੱਖ ਨੂੰ ਖਰਾਬ ਕਰਦੀ ਹੈ। ਜਿਸ ਵਿੱਚ ਜਿੰਨੀ ਚਤੁਰਾਈ ਹੋਵੇਗੀ, ਪ੍ਰੇਮ ਉਸ ਨੂੰ ਓਨਾ ਹੀ ਤੰਗ ਕਰੇਗਾ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ, ਸਾਬਤ ਹੋ ਜਿਸ ਦਰਸ਼ ਇਸ਼ਕ ਦਾ, ਲਿਆ ਹਰਫ ਹਕੀਕਤ ਵਾਲਾ। ਹੋ ਬੇਜਾਰ ਗਿਆ ਸਭ ਇਲਮੋਂ, ਅਤੇ ਤਸਬੀ ਰਹੀ ਨਾ ਮਾਲਾ। ਨਾ ਉਹ ਸੁਗੜ ਨਾ ਮੂਰਖ ਹੋਆ, ਉਨ ਫੜਿਆ ਪੰਥ ਨਿਰਾਲਾ। ਹਾਸ਼ਮ ਜਹਿਦ ਇਬਾਦਤ ਕੋਲੋਂ, ਉਨ ਮਤਲਬ ਲਿਆ ਸੁਖਾਲਾ। ਦਰਸ ਸ਼ਬਦ ਦਾ ਅਰਥ ਹੈ ਪਾਠ। ਹਰਫ ਸ਼ਬਦ ਦਾ ਅਰਥ ਹੈ ਅੱਖਰ। ਹਕੀਕਤ ਸ਼ਬਦ ਦਾ ਅਰਥ ਹੈ ਰੱਬੀ ਗਿਆਨ ਜਾਂ ਸਚਾਈ। ਬੇਜਾਰ ਸ਼ਬਦ ਦਾ ਅਰਥ ਹੈ ਉਦਾਸ। ਇਲਮੋਂ ਸ਼ਬਦ ਦਾ ਅਰਥ ਹੈ ਵਿਦਿਆ ਤੋਂ ਜਾਂ ਗਿਆਨ ਵੱਲੋਂ। ਜਹਿਦ ਸ਼ਬਦ ਦਾ ਅਰਥ ਹੈ ਸਾਧਨਾ ਜਾਂ ਤਪੱਸਿਆ। ਇਬਾਦਤ ਸ਼ਬਦ ਦਾ ਅਰਥ ਹੈ ਜਪ ਤਪ ਜਾਂ ਭਗਤੀ ਜਾਂ ਬੰਦਗੀ। ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਜਿਸ ਨੇ ਇਸ਼ਕ ਦੇ ਵਿੱਚ ਪੂਰੇ ਉਤਰਦੇ ਹੋਏ ਇਸ ਦੇ ਪਾਠ ਵਿੱਚੋਂ ਹਕੀਕਤ ਦਾ ਸ਼ਬਦ ਜਾਂ ਸਬਕ ਪੜ੍ਹਿਆ ਹੈ, ਉਹ ਸਭ ਪ੍ਰਕਾਰ ਦੇ ਇਲਮ ਵੱਲੋਂ ਮੂੰਹ ਮੋੜ ਲੈਂਦਾ ਹੈ। ਉਸ ਲਈ ਤਸਬੀਹ ਜਾਂ ਮਾਲਾ ਦੀ ਕੋਈ ਮਹਾਨਤਾ ਨਹੀਂ ਰਹਿੰਦੀ। ਉਹ ਨਾ ਆਪਣੇ ਆਪ ਨੂੰ ਸਿਆਣਾ ਜ਼ਾਹਰ ਕਰਦਾ ਹੈ ਅਤੇ ਨਾ ਹੀ ਆਪਣੇ ਆਪ ਨੂੰ ਮੂਰਖ ਜ਼ਾਹਰ ਕਰਦਾ ਹੈ। ਉਹ ਨਿਰਾਲਾ ਰਸਤਾ ਫੜ ਲੈਂਦਾ ਹੈ। ਉਹ ਜਪ ਤਪ ਅਤੇ ਸਾਧਨਾ ਦਾ ਸੁਖਾਲਾ ਅਰਥ ਲੈਂਦਾ ਹੋਇਆ ਰੱਬੀ ਇਸ਼ਕ ਤੇ ਬਿਰਹੋ ਵਿੱਚ ਮਸਤ ਰਹਿੰਦਾ ਹੈ। ਇਸ ਦੋੜੇ ਦਾ ਭਾਵ ਇਹ ਹੈ ਕਿ ਰੱਬ ਦਾ ਸੱਚਾ ਆਸ਼ਿਕ ਹਕੀਕਤ ਦਾ ਪਾਠ ਪੜ੍ਹ ਕੇ ਸਭ ਇਲਮਾਂ ਵੱਲੋਂ ਮੂੰਹ ਮੋੜ ਲੈਂਦਾ ਹੈ ਅਤੇ ਰੱਬੀ ਇਸ਼ਕ ਅਤੇ ਬਿਰਹੋਂ ਦੇ ਵਿੱਚ ਮਸਤ ਹੋ ਜਾਂਦਾ ਹੈ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ, ਨਦੀਆਂ ਨੀਰ ਰਹਿਣ ਨਿਤ ਤਾਰੂ, ਇਹ ਕਦੀ ਨਾ ਹੋਵਣ ਹਲਕੇ। ਜੋ ਜਲ ਅੱਜ ਗਿਆ ਇਸ ਰਾਹੀਂ, ਸੋ ਫੇਰ ਨਾ ਆਵੇ ਭਲਕੇ। ਇਵੇਂ ਰਹਿਗ ਜਹਾਨ ਵਸਿੰਦਾ, ਪਰ ਅਸੀਂ ਨਾ ਬੈਸਾ ਰਲ ਕੇ। ਹਾਸ਼ਮ ਕੌਣ ਕਰਗ ਦਿਲ ਬਰੀਆਂ, ਇਸ ਖਾਕ ਮਿੱਟੀ ਵਿੱਚ ਰਲ ਕੇ। ਕਰਗ ਸ਼ਬਦ ਦਾ ਅਰਥ ਹੈ ਕਰੇਗਾ। ਦਿਲਬਰੀਆਂ ਸ਼ਬਦ ਦਾ ਅਰਥ ਹੈ ਲਾਡ ਪਿਆਰ। ਇਸ ਦੋੜੇ ਵਿੱਚ ਹਾਸ਼ਮ ਸ਼ਾਹ ਜੀ ਨੇ ਮਨੁੱਖੀ ਸਰੀਰ ਦੀ ਨਾਸ਼ਮਾਨਤਾ ਦੀ ਗੱਲ ਕੀਤੀ ਹੈ।
ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਨਦੀਆਂ ਦੇ ਪਾਣੀ ਹਮੇਸ਼ਾ ਚੱਲਦੇ ਰਹਿੰਦੇ ਹਨ ਅਤੇ ਕਦੇ ਵੀ ਮੱਠੇ ਨਹੀਂ ਪੈਂਦੇ, ਭਾਵ ਆਪਣੀ ਚਾਲ ਨਹੀਂ ਛੱਡਦੇ। ਜਿਹੜਾ ਪਾਣੀ ਅੱਜ ਇੱਥੋਂ ਲੰਘ ਜਾਂਦਾ ਹੈ ਉਹ ਫਿਰ ਮੁੜ ਕੇ ਇੱਥੋਂ ਦੀ ਨਹੀਂ ਲੰਘੇਗਾ। ਇਸੇ ਪ੍ਰਕਾਰ ਹੀ ਇਹ ਜਹਾਨ ਵਸਦਾ ਰਹੇਗਾ, ਪਰ ਅਸੀਂ ਇਸ ਸੰਸਾਰ ਤੋਂ ਕੂਚ ਕਰਨ ਮਗਰੋਂ ਫਿਰ ਕਦੀ ਮਿਲ ਕੇ ਨਹੀਂ ਬੈਠਾਂਗੇ। ਜਦੋਂ ਸਾਡਾ ਸਰੀਰ ਮਿੱਟੀ ਵਿੱਚ ਮਿਲ ਜਾਵੇਗਾ ਤਦੋਂ ਸਾਨੂੰ ਕੋਈ ਦਿਲਬਰੀਆਂ ਦੇਣ ਵਾਲਾ ਨਹੀਂ ਹੋਵੇਗਾ ਅਤੇ ਸਾਨੂੰ ਇਕੱਲਿਆਂ ਹੀ ਕਬਰ ਦਾ ਦੁੱਖ ਭੋਗਣਾ ਪਵੇਗਾ। ਭਾਵ ਸੰਸਾਰ ਨਾਸ਼ਵਾਨ ਹੈ, ਮਨੁੱਖ ਮਿੱਟੀ ਵਿੱਚ ਮਿਲ ਜਾਂਦਾ ਹੈ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ, ਨਹੀਂ ਕਬੂਲ ਇਬਾਦਤ ਤੇਰੀ, ਤੂੰ ਜਬ ਲਗ ਪਾਕ ਨਾ ਹੋਵੇਂ, ਆਮਲ ਖਾਕ ਪਵੇ ਮੁੱਲ ਤੇਰਾ, ਪਰ ਜਬ ਲਗ ਖਾਕ ਨਾ ਹੋਵੇਂ, ਨਹੀਂ ਬੇਬਾਕ ਕਦੀ ਹਰ ਤਰਫੋਂ, ਜਦ ਬੇਇਤਫਾਕ ਨਾ ਹੋਵੇਂ, ਹਾਸ਼ਮ ਕੀ ਮੁਸ਼ਤਾਕ ਇਸ਼ਕ ਦਾ, ਭਲਾ ਜਾਂ ਸਿਰ ਤਾਕ ਨਾ ਹੋਵੇ। ਕਬੂਲ ਸ਼ਬਦ ਦਾ ਅਰਥ ਹੈ ਪ੍ਰਵਾਨ ਜਾਂ ਸਵੀਕਾਰ। ਇਬਾਦਤ ਸ਼ਬਦ ਦਾ ਅਰਥ ਹੈ ਭਗਤੀ ਜਾਂ ਬੰਦਗੀ। ਜਬ ਲਗ ਦਾ ਅਰਥ ਹੈ ਜਦੋਂ ਤੱਕ। ਪਾਕ ਸ਼ਬਦ ਦਾ ਅਰਥ ਹੈ ਪਵਿੱਤਰ। ਆਮਲ ਸ਼ਬਦ ਦਾ ਅਰਥ ਹੈ ਅਮਲ ਕਰਨ ਵਾਲਾ, ਅਭਿਆਸੀ। ਖਾਕ ਸ਼ਬਦ ਦਾ ਅਰਥ ਹੈ ਮਿੱਟੀ ਜਾਂ ਧੂੜ। ਬੇਇਤਫਾਕ ਸ਼ਬਦ ਦਾ ਅਰਥ ਹੈ ਇਤਫਾਕ ਨਾ ਰੱਖਣ ਵਾਲਾ, ਭਾਵ ਅਸਹਿਮਤੀ। ਮੁਸ਼ਤਾਕ ਸ਼ਬਦ ਦਾ ਅਰਥ ਹੈ ਚਾਹਵਾਨ। ਤਾਕ ਸ਼ਬਦ ਦਾ ਅਰਥ ਹੈ ਇੱਛਾ। ਇਸ ਦੋੜੇ ਵਿੱਚ ਹਾਸ਼ਮ ਜੀ ਨੇ ਮਨੁੱਖ ਨੂੰ ਪਵਿੱਤਰਤਾ ਧਾਰਨ ਕਰਨ, ਨਿਰਮਾਣ ਬਣਨ, ਸੰਸਾਰਿਕ ਪਦਾਰਥਾਂ ਦਾ ਮੋਹ ਤਿਆਗਣ ਅਤੇ ਮਿਲਾਪ ਦੀ ਤੀਬਰ ਅਭਿਲਾਸ਼ਾ ਰੱਖਣ ਦੀ ਪ੍ਰੇਰਨਾ ਦਿੱਤੀ ਹੈ। ਹਾਸ਼ਮ ਸ਼ਾਹ ਜੀ ਕਹਿੰਦੇ ਹਨ, ਹੇ ਮਨੁੱਖ, ਤੇਰੀ ਭਗਤੀ ਓਨਾ ਚਿਰ ਕਬੂਲ ਨਹੀਂ ਹੋ ਸਕਦੀ ਜਿੰਨਾ ਚਿਰ ਤੂੰ ਆਪਣੇ ਅੰਦਰੋਂ ਪਵਿੱਤਰ ਨਹੀਂ ਹੁੰਦਾ। ਤੇਰੇ ਅਮਲਾਂ ਦਾ ਕੁਝ ਵੀ ਮੁੱਲ ਨਹੀਂ ਪਵੇਗਾ ਜੇਕਰ ਤੂੰ ਆਪਣੇ ਆਪ ਨੂੰ ਹਉਮੈ ਰਹਿਤ ਕਰਕੇ ਖਾਕ ਵਰਗਾ ਨਿਰਮਾਣ ਨਹੀਂ ਬਣਾ ਲੈਂਦਾ। ਤੂੰ ਸੰਸਾਰ ਦੇ ਹਰ ਪਦਾਰਥ ਅਤੇ ਰਿਸ਼ਤੇ ਵੱਲੋਂ ਬੇਪਰਵਾਹ ਨਹੀਂ ਹੋ ਸਕਦਾ ਜਿੰਨਾ ਚਿਰ ਤੂੰ ਇਹਨਾਂ ਨਾਲੋਂ ਆਪਣਾ ਸੰਬੰਧ ਪੂਰੀ ਤਰ੍ਹਾਂ ਨਹੀਂ ਤੋੜ ਲੈਂਦਾ। ਉਸ ਬੰਦੇ ਨੂੰ ਓਨਾ ਚਿਰ ਇਸ਼ਕ ਦਾ ਅਭਿਲਾਸ਼ੀ ਵੀ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਉਸ ਦੇ ਦਿਮਾਗ ਵਿੱਚ ਉਸ ਦੀ ਆਪਣੇ ਪ੍ਰੀਤਮ ਦੀ ਖੋਜ ਕਰਨ ਦੀ ਰੁਚੀ ਨਹੀਂ ਟਿਕਦੀ। ਇਸ ਦੋਹੜੇ ਦਾ ਭਾਵ ਹੈ ਕਿ ਮਨੁੱਖ ਨੂੰ ਪਵਿੱਤਰਤਾ ਅਤੇ ਨਿਰਮਾਣਤਾ ਧਾਰਨ ਕਰਕੇ ਸੰਸਾਰਿਕ ਪਦਾਰਥਾਂ ਦਾ ਮੋਹ ਤਿਆਗਣਾ ਅਤੇ ਰੱਬੀ ਮਿਲਾਪ ਦੀ ਇੱਛਾ ਰੱਖਣੀ ਚਾਹੀਦੀ ਹੈ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ, ਸੋ ਭਲਵਾਨ ਬਹਾਦਰ ਨਾਹੀਂ, ਜਿਹੜੇ ਢਾਹ ਲੈਣ ਕੁਝ ਮਸਤਾਂ, ਸਾਹਿਬ ਜੋਰ ਹੋਵਣ ਜਗ ਜਾਣੇ, ਜਿਹੜੇ ਦਿਲ ਨੂੰ ਦੇਣ ਸ਼ਿਕਸ਼ਤਾਂ, ਮੂਲ ਗਵਾ ਲਿਆ ਮੈਂ ਜਹੀਆਂ, ਅਸਾਂ ਸ਼ਹਿਵਤ ਹਿਰਸ ਪਰਸਤਾਂ, ਸਾਹਿਬ ਮਗਜ ਰਸੀਲੇ ਹਾਸ਼ਮ, ਜਿਹੜੇ ਕਰ ਕਰ ਬਹਿਣ ਨਿਸ਼ਸਤਾਂ। ਮਸਤਾ ਸ਼ਬਦ ਦਾ ਅਰਥ ਹੈ ਮਸਤਿਆ ਹੋਇਆ, ਭਾਵ ਤਾਕਤ ਦੇ ਹੰਕਾਰ ਵਾਲਾ। ਸਾਹਿਬ ਜੋਰ ਭਾਵ ਤਾਕਤ ਦੇ ਮਾਲਿਕ। ਸ਼ਿਕਸ਼ਤਾ ਸ਼ਬਦ ਦਾ ਅਰਥ ਹੈ ਹਾਰਾਂ ਜਾਂ ਟੁੱਟਣਾ। ਮੂਲ ਗਵਾ ਲਿਆ ਭਾਵ ਮੂਲ ਧਨ ਗਵਾ ਲਿਆ। ਸ਼ਹਿਵਤ
ਸ਼ਬਦ ਦਾ ਅਰਥ ਹੈ ਇੱਛਾ ਜਾਂ ਤ੍ਰਿਸ਼ਨਾ। ਹਿਰਸ ਸ਼ਬਦ ਦਾ ਅਰਥ ਹੈ ਤ੍ਰਿਸ਼ਨਾ। ਪਰਸਤਾ ਸ਼ਬਦ ਦਾ ਅਰਥ ਹੈ ਪੂਜਕਾਂ ਜਾਂ ਪਿੱਛੇ ਲੱਗਣ ਵਾਲਿਆਂ। ਮਗਜ ਦਾ ਭਾਵ ਹੈ ਦਿਮਾਗ ਜਾਂ ਬੁੱਧੀ। ਰਸੀਲੇ ਭਾਵ ਮਿੱਠੇ। ਨਿਸ਼ਸਤਾ ਸ਼ਬਦ ਦਾ ਅਰਥ ਹੈ ਬੈਠਕ ਜਾਂ ਬੈਠਣ ਦੀ ਥਾਂ। ਇਸ ਦੋੜੇ ਵਿੱਚ ਕਵੀ ਨੇ ਦੱਸਿਆ ਹੈ ਕਿ ਅਸਲ ਤਾਕਤਵਰ ਕੌਣ ਹੁੰਦਾ ਹੈ ਅਤੇ ਰੱਬ ਦੀ ਦਰਗਾਹ ਵਿੱਚ ਕੌਣ ਕਬੂਲ ਪੈਂਦਾ ਹੈ। ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਉਹਨਾਂ ਭਲਵਾਨਾਂ ਨੂੰ ਬਹਾਦਰ ਨਹੀਂ ਕਿਹਾ ਜਾ ਸਕਦਾ ਜਿਹੜੇ ਕੁਝ ਮਸਤੇ ਹੋਏ ਲੋਕਾਂ ਨੂੰ ਢਾਹ ਲੈਂਦੇ ਹਨ। ਦੁਨੀਆ ਜਾਣਦੀ ਹੈ ਕਿ ਅਸਲ ਤਾਕਤਵਰ ਉਹ ਹੁੰਦੇ ਹਨ ਜੋ ਵਿਕਾਰਾਂ ਵੱਲ ਦੌੜਦੇ ਮਨ ਨੂੰ ਹਰਾ ਦਿੰਦੇ ਹਨ। ਕਵੀ ਇਸਤਰੀ ਦੇ ਰੂਪ ਵਿੱਚ ਕਹਿੰਦਾ ਹੈ ਕਿ ਮੇਰੇ ਵਰਗੀਆਂ ਕਾਮ ਤੇ ਹੋਰਨਾਂ ਇੱਛਾਵਾਂ ਦੀ ਪੂਰਤੀ ਪਿੱਛੇ ਲੱਗਣ ਵਾਲੀਆਂ ਇਸਤਰੀਆਂ ਨੂੰ ਕੋਈ ਫਲ ਤਾਂ ਕੀ ਪ੍ਰਾਪਤ ਹੋਣਾ ਸੀ, ਉਹਨਾਂ ਤਾਂ ਲਾਲਚੀ ਸ਼ਾਹੂਕਾਰ ਵਾਂਗ ਆਪਣਾ ਮੂਲ ਧਨ ਵੀ ਗੁਆ ਲਿਆ, ਅਰਥਾਤ ਆਪਣਾ ਜਨਮ ਅਜਾਈਂ ਹੀ ਗੁਆ ਦਿੱਤਾ। ਜਿਹੜੇ ਲੋਕ ਬੁੱਧੀ ਦੇ ਮਾਲਕ ਅਤੇ ਮਿੱਠਾ ਬੋਲਣ ਵਾਲੇ ਹੁੰਦੇ ਹਨ, ਉਹ ਰੱਬ ਦੀ ਦਰਗਾਹ ਵਿੱਚ ਵਿਸ਼ੇਸ਼ ਜਗ੍ਹਾ ਪ੍ਰਾਪਤ ਕਰਕੇ ਬੈਠਦੇ ਹਨ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ ਇਕਸੇ ਤਾਰ ਬਹਾਰ ਨ ਰਹਿੰਦੀ, ਨਹੀਂ ਇਕਸੇ ਤੋਰ ਜਮਾਨਾ, ਹਰ ਇੱਕ ਚਾਲ ਨਹੀਂ ਅਲਬੇਲੀ, ਨਹੀਂ ਹਰਦਮ ਜੋਰ ਜਵਾਨਾ, ਰੋਵਣ ਸੋਗ ਹਮੇਸ਼ ਨਾ ਹੋਵੇ, ਨਹੀਂ ਨਿਤ ਰਾਗ ਸ਼ਹਾਨਾ, ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫਰਖਾਨਾ। ਇਸ ਦੋੜੇ ਵਿੱਚ ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਸੰਸਾਰ ਹਮੇਸ਼ਾ ਬਦਲਦਾ ਰਹਿੰਦਾ ਹੈ, ਇੱਥੇ ਕੋਈ ਚੀਜ਼ ਵੀ ਸਥਾਈ ਨਹੀਂ ਹੈ। ਦੁਨੀਆ ਵਿੱਚ ਸਦਾ ਲਗਾਤਾਰ ਇੱਕੋ ਜਿਹੀ ਬਹਾਰ ਨਹੀਂ ਰਹਿੰਦੀ ਅਤੇ ਨਾ ਹੀ ਲਗਾਤਾਰ ਜ਼ਮਾਨੇ ਦਾ ਰੰਗ ਢੰਗ ਇੱਕੋ ਜਿਹਾ ਰਹਿੰਦਾ ਹੈ। ਬੰਦੇ ਦੀ ਚਾਲ ਹਰ ਵੇਲੇ ਇੱਕੋ ਜਿਹੀ ਮਸਤੀ ਅਤੇ ਬੇਪਰਵਾਹੀ ਭਰੀ ਨਹੀਂ ਰਹਿੰਦੀ ਅਤੇ ਨਾ ਹੀ ਹਰ ਵੇਲੇ ਉਸ ਵਿੱਚ ਜਵਾਨਾਂ ਵਾਲਾ ਜ਼ੋਰ ਭਰਿਆ ਰਹਿੰਦਾ ਹੈ। ਦੁਨੀਆ ਉੱਤੇ ਦੁੱਖ, ਗਮ ਅਤੇ ਸੋਗ ਵੀ ਹਮੇਸ਼ਾ ਲਗਾਤਾਰ ਨਹੀਂ ਰਹਿੰਦਾ ਅਤੇ ਨਾ ਹੀ ਹਰ ਰੋਜ਼ ਲਗਾਤਾਰ ਖੁਸ਼ੀਆਂ ਦੇ ਸ਼ਾਹੀ ਵਾਜੇ ਵੱਜਦੇ ਰਹਿੰਦੇ ਹਨ। ਇਸ ਸੰਸਾਰ ਵਿੱਚ ਪੰਛੀ ਰੂਪ ਮਨੁੱਖਾਂ ਦੀਆਂ ਲੱਖਾਂ ਡਾਰਾਂ ਬਹਿ ਬਹਿ ਕੇ ਉੱਡ ਗਈਆਂ ਹਨ, ਕੋਈ ਵੀ ਇੱਥੇ ਸਦਾ ਨਹੀਂ ਰਿਹਾ। ਇਸ ਕਰਕੇ ਇਹ ਸੰਸਾਰ ਇੱਕ ਮੁਸਾਫਿਰਖਾਨਾ ਹੈ, ਜਿੱਥੇ ਮੁਸਾਫਿਰ ਜੀਵਨ ਦੀ ਰਾਤ ਕੱਟਣ ਲਈ ਆ ਡੇਰਾ ਲਾਉਂਦੇ ਹਨ ਅਤੇ ਰਾਤ ਦੇ ਮੁੱਕਣ ਉੱਤੇ ਉਹ ਇੱਥੋਂ ਕੂਚ ਕਰ ਜਾਂਦੇ ਹਨ। ਇੱਥੇ ਹਾਸ਼ਮ ਸ਼ਾਹ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਸੰਸਾਰ ਵਿੱਚ ਕਦੇ ਵੀ ਕੋਈ ਚੀਜ਼, ਮੌਸਮ, ਜਵਾਨੀ ਅਤੇ ਦੁੱਖ ਸੁੱਖ ਇੱਕਸਾਰ ਨਹੀਂ ਰਹਿੰਦੇ। ਇਹਨਾਂ ਦਾ ਰੂਪ ਸਦਾ ਬਦਲਦਾ ਰਹਿੰਦਾ ਹੈ ਅਤੇ ਨਾਸ਼ਮਾਨਤਾ ਦਾ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ। ਹਾਸ਼ਮ ਸ਼ਾਹ ਜੀ ਦਾ ਅਗਲਾ ਦੋੜਾ ਹੈ ਦਿਲ ਤੂੰ ਹੀ, ਦਿਲਬਰ ਵੀ ਤੂੰ ਹੀ ਅਤੇ ਦੀਦ ਤੂੰ ਹੀ, ਦੁੱਖ ਤੇਰਾ, ਨੀਂਦਰ, ਭੁੱਖ, ਆਰਾਮ ਤੂੰ ਹੀ ਤੂੰ ਅਤੇ ਤੈਂ ਬਿਨ ਜਗਤ ਅੰਧੇਰਾ, ਨੈਣ ਪ੍ਰਾਣ ਹਯਾਤੀ ਤੂੰ ਹੀ, ਇੱਕ ਹਰਫ ਨਹੀਂ ਵਿੱਚ ਮੇਰਾ, ਹਾਸ਼ਮ ਸਾਂਝ ਤੂੰ ਸਾਡੇ ਦਮ ਦੀ, ਹੋਰ ਵਸਦਾ ਮੁਲਕ ਬਥੇਰਾ। ਹਾਸ਼ਮ ਸ਼ਾਹ ਜੀ ਕਹਿੰਦੇ ਹਨ ਕਿ ਹੇ ਪਿਆਰੇ, ਤੂੰ ਹੀ ਮੇਰਾ ਦਿਲ ਹੈ ਅਤੇ ਤੂੰ ਹੀ ਦਿਲ ਨੂੰ ਲੁੱਟ ਲੈਣ ਵਾਲਾ ਹੈ।
ਮੈਂ ਤੇਰੇ ਹੀ ਦੀਦਾਰ ਕਰਨੇ ਚਾਹੁੰਦਾ ਹਾਂ ਅਤੇ ਮੈਨੂੰ ਦੁੱਖ ਵੀ ਤੇਰੇ ਵਿਛੋੜੇ ਦਾ ਹੀ ਲੱਗਾ ਹੈ। ਮੇਰੀ ਨੀਂਦਰ, ਭੁੱਖ, ਆਰਾਮ ਸਭ ਕੁਝ ਤੂੰ ਹੀ ਹੈ। ਤੇਰੇ ਬਿਨਾਂ ਮੇਰੇ ਲਈ ਇਹ ਸਾਰਾ ਸੰਸਾਰ ਹੀ ਹਨੇਰੇ ਨਾਲ ਭਰਪੂਰ ਹੈ। ਮੇਰੇ ਨੈਣ ਪ੍ਰਾਣ ਅਤੇ ਜੀਵਨ ਸਭ ਕੁਝ ਤੂੰ ਹੀ ਹੈ ਅਤੇ ਇਸ ਵਿੱਚ ਇੱਕ ਵੀ ਅੱਖਰ ਮੇਰਾ ਨਹੀਂ ਹੈ। ਭਾਵੇਂ ਹੋਰ ਬਹੁਤ ਸਾਰੀ ਦੁਨੀਆ ਵਸਦੀ ਹੈ, ਪਰੰਤੂ ਮੈਨੂੰ ਹਮੇਸ਼ਾ ਤੇਰੇ ਨਾਲ ਜ਼ਿੰਦਗੀ ਦੀ ਸਾਂਝ ਦੀ ਲੋੜ ਰਹਿੰਦੀ ਹੈ। ਇਸ ਦੋਹੜੇ ਦਾ ਭਾਵ ਇਹ ਹੈ ਕਿ ਮਨੁੱਖ ਦਾ ਇਸ ਦੁਨੀਆ ਵਿੱਚ ਆਪਣਾ ਕੁਝ ਵੀ ਨਹੀਂ, ਸਗੋਂ ਸਭ ਕੁਝ ਪਰਮਾਤਮਾ ਦਾ ਹੀ ਹੈ। ਇਹ ਸਨ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਹਾਸ਼ਮ ਸ਼ਾਹ ਜੀ ਦੇ ਦੋਹੜੇ, ਜਿਨ੍ਹਾਂ ਵਿੱਚ ਕਵੀ ਨੇ ਇਸ਼ਕ ਦੀ ਮਹਾਨਤਾ, ਬਿਰਹਾ ਦੇ ਦੁੱਖ, ਧਾਰਮਿਕ ਪਾਖੰਡਾਂ ਦਾ ਖੰਡਨ, ਪਰਮਾਤਮਾ ਦੀ ਮਹਿਮਾ ਅਤੇ ਅਧਿਆਤਮਿਕ ਵਿਸ਼ਿਆਂ ਬਾਰੇ ਆਪਣੇ ਵਿਚਾਰ ਅੰਕਿਤ ਕੀਤੇ ਹਨ। ਹਾਸ਼ਮ ਸ਼ਾਹ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਮਨੁੱਖ ਦਾ ਇਸ ਦੁਨੀਆ ਵਿੱਚ ਆਪਣਾ ਕੁਝ ਵੀ ਨਹੀਂ, ਸਗੋਂ ਸਭ ਕੁਝ ਪਰਮਾਤਮਾ ਦਾ ਹੈ। ਮਨੁੱਖ ਨੂੰ ਪਵਿੱਤਰਤਾ ਅਤੇ ਨਿਰਮਾਣਤਾ ਧਾਰਨ ਕਰਕੇ ਸੰਸਾਰਿਕ ਪਦਾਰਥਾਂ ਦਾ ਮੋਹ ਤਿਆਗਣਾ ਅਤੇ ਰੱਬੀ ਮਿਲਾਪ ਦੀ ਇੱਛਾ ਰੱਖਣੀ ਚਾਹੀਦੀ ਹੈ। ਧੰਨਵਾਦ।